देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। दैनिक सवेरा ਦੇ ਨਿਊਜ਼ ਰੂਮ ਤੋਂ ਮੈਂ ਰਚਨਾ ਤੇ ਬੀਤੇ ਲਗਭਗ 2 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਇਸੇ ਮਸਲੇ ਨੂੰ ਲੈ ਕੇ ਪੇਚ ਲਗਾਤਾਰ ਫਸਿਆ ਹੋਇਆ ਹੈ ਔਰ ਅੱਜ ਇਸੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਦੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬੀਜੇਪੀ ਨੂੰ ਨਸੀਹਤ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿਆਨਬਾਜ਼ੀ ਕਰਨ ਦੀ ਬਜਾਏ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ ਕਿਉਂਕਿ ਖੇਤੀ ਕਾਨੂੰਨਾਂ ਕਾਰਨ ਕਿਸਾਨ ਤਾਂ ਪਰੇਸ਼ਾਨ ਹੋ ਹੀ ਰਹੇ ਨੇ, ਨਾਲ ਦੀ ਨਾਲ ਆਮ ਲੋਕਾਂ ਨੂੰ ਵੀ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਇਸ ਕਰਕੇ ਉਹਨਾਂ ਨੇ ਬੀਜੇਪੀ ਨੂੰ ਨਸੀਹਤ ਕੀਤੀ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਇਸ ਮਸਲੇ ਦਾ ਕੋਈ ਸਾਰਥਕ ਹੱਲ ਜਲਦੀ ਤੋਂ ਜਲਦੀ ਕੱਢੇ। ਹੈਰਾਨੀ ਹੁੰਦੀ ਹੈ ਵੀ ਬੀਜੇਪੀ ਐਡੀ ਵੱਡੀ ਪਾਰਟੀ ਹੈ, ਉਹਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਵੀ ਲੋਕਾਂ 'ਚ ਕਿੰਨਾ ਰੋਸ ਹੈ, ਕਿਸਾਨਾਂ 'ਚ ਕਿੰਨਾ ਰੋਸ ਹੈ। ਸਿਆਸੀ ਵੱਖ-ਵੱਖ ਪਾਰਟੀਆਂ ਨੂੰ ਦੋਸ਼ ਦੇਣ ਦੀ ਬਜਾਏ ਆਪਦੇ ਅੰਦਰ ਝਾਤੀ ਮਾਰਨ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ 500 ਤੋਂ ਵੱਧ ਜਿਹੜੇ ਕਿਸਾਨ ਸੰਗਠਨ ਹੈ ਉਹਨਾਂ ਨੇ 26-27 ਤਰੀਕ ਨੂੰ ਦਿੱਲੀ ਘੇਰਨ ਦੀ ਕਾਲ ਦਿੱਤੀ ਹੋਈ ਆ ਔਰ ਪੰਜਾਬ ਦੀਆਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਸਮਰਥਨ ਦਿੱਤਾ। ਇੰਨਾ ਹੀ ਨਹੀਂ, ਜਿਹੜੇ ਗਾਇਕ ਹੈ, ਸਿੰਗਰ ਹੈ, ਐਕਟਰ ਹੈ ਪੰਜਾਬ ਦੇ, ਉਹਨਾਂ ਸਭ ਨੇ ਵੀ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਔਰ ਹੁੰਗਾਰਾ ਭਰਿਆ ਉਹਨਾਂ ਦੇ ਹੱਕ 'ਚ। ਸਾਡੇ ਨਾਲ ਪਰਮਿੰਦਰ ਢੀਂਡਸਾ ਜੀ ਹੈ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਵਿਧਾਇਕ ਨੇ ਔਰ ਸੀਨੀਅਰ ਲੀਡਰ ਹੈ, ਵਿੱਤ ਮੰਤਰੀ ਵੀ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਵਿਊ ਹੈ। ਸਰ, ਤੁਹਾਡੀ ਪਾਰਟੀ ਦਾ ਕੀ ਵਿਊ ਹੈ ਇਸ ਮਾਮਲੇ 'ਚ? ਦੇਖੋ, ਅਸੀਂ ਤਾਂ ਪਹਿਲੇ ਦਿਨ ਤੋਂ ਸਮਰਥਨ ਕੀਤਾ ਹੈਗਾ ਜੋ ਵੀ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ। ਸਾਡੀ ਸ਼ਮੂਲੀਅਤ ਵੀ ਅਸੀਂ ਪੂਰੀ ਕੀਤੀ ਹੈ ਅਤੇ ਹੁਣ ਵੀ ਜਿਹੜਾ ਇਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ। ਸਾਡੇ ਵਰਕਰ ਸਭ ਨੂੰ ਅਸੀਂ ਹਦਾਇਤ ਕੀਤੀ ਹੈ, ਸਾਡੇ ਆਗੂਆਂ ਨੂੰ ਵੀ ਅਸੀਂ ਕਿਹਾ ਉਹ ਸਾਰੇ ਜਿਹੜੇ ਨੇ ਦਿੱਲੀ ਪਹੁੰਚਣਗੇ, ਦਿੱਲੀ ਵੱਲ ਕੂਚ ਕਰਨਗੇ। ਪਰ ਪਰਮਿੰਦਰ ਜੀ, ਕਿਸਾਨਾਂ ਨੇ ਕਿਹਾ ਵੀ ਸਾਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਚਾਹੀਦਾ, ਸਾਨੂੰ ਕਿਸੇ ਦਾ ਝੰਡਾ ਨਹੀਂ ਚਾਹੀਦਾ, ਸਾਨੂੰ ਕਿਸੇ ਦਾ ਡੰਡਾ ਨਹੀਂ ਚਾਹੀਦਾ। ਉਹ ਕਹਿੰਦੇ ਰਾਜਨੀਤਿਕ ਪਾਰਟੀਆਂ ਸਿਰਫ ਆਪਣੀਆਂ ਰੋਟੀਆਂ ਸੇਕਦੀਆਂ, ਇਸ ਕਰਕੇ ਅਸੀਂ ਰਾਜਨੀਤਿਕ ਪਾਰਟੀਆਂ ਦੀ ਕਠਪੁਤਲੀ ਨਹੀਂ ਬਣਨਾ। ਦੇਖੋ, ਅਸੀਂ ਤਾਂ ਕਦੇ ਉਹਨਾਂ ਨੂੰ ਇਹ ਕਿਹਾ ਨਹੀਂ ਵੀ ਤੁਸੀਂ ਸਮਰਥਨ ਦਿਓ। ਅਸੀਂ ਤਾਂ ਇੱਕ ਨਾਗਰਿਕ ਹੋਣ ਦੇ ਨਾਤੇ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅਤੇ ਨਾ ਹੀ ਅਸੀਂ ਆਪਦਾ ਕੋਈ ਝੰਡਾ ਲੈ ਗਏ। ਅਸੀਂ ਤਾਂ ਜਿਹੜੇ ਧਰਨੇ ਕਿਸਾਨਾਂ ਦੇ ਵਿੱਚ ਸ਼ਾਮਲ ਹੋਏ ਹਾਂ ਉਹ 'ਚ ਵੀ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਅਸੀਂ ਗਏ ਸੀ। ਅਸੀਂ ਤਾਂ ਆਪਦਾ ਝੰਡਾ ਲੈ ਕੇ ਨਹੀਂ ਗਏ ਕਦੇ। ਸੋ ਸਾਡਾ ਕੋਈ ਇਹ ਮਨਸ਼ਾ ਨਹੀਂ ਹੈ ਵੀ ਅਸੀਂ ਆਪਦੀ ਉੱਥੇ ਮਸ਼ਹੂਰੀ ਕਰਨੀ ਹੈ, ਆਪਦਾ ਝੰਡਾ ਲੈ ਕੇ ਜਾਣਾ। ਅਸੀਂ ਤਾਂ ਇੱਕ ਸਧਾਰਨ ਇਨਸਾਨ ਦੇ ਤੌਰ 'ਤੇ ਇੱਕ ਪੰਜਾਬ ਦਾ ਕਿਸਾਨ ਪਰਿਵਾਰ ਦਾ ਇੱਕ ਜੀ ਹੋਣ ਦੇ ਨਾਤੇ ਅਸੀਂ ਜਾਵਾਂਗੇ। ਪਰਮਿੰਦਰ ਜੀ, ਦੂਜੇ ਪਾਸੇ ਬੀਜੇਪੀ ਦਾ ਇਹ ਕਹਿਣਾ ਹੈ ਵੀ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਉਹ ਰੋਟੀ ਸੇਕ ਰਹੀਆਂ, ਇਹ ਕਿਸਾਨ ਨਹੀਂ ਹੈ ਜਿਹੜੇ ਵਿਰੋਧ ਕਰ ਰਹੇ ਨੇ, ਇਹ ਉਹਨਾਂ ਦੀ ਕਠਪੁਤਲੀ ਹੈ ਜਿਹੜੇ ਵਿਰੋਧ ਕਰ ਰਹੇ ਨੇ। ਅਸਲੀ ਕਿਸਾਨ ਤਾਂ ਜਿਹੜੇ ਖੇਤੀ ਬਿੱਲ ਆ ਉਹਨਾਂ ਨੂੰ ਲੈ ਕੇ ਬੜੇ ਸਹਿਮਤ ਹੈ। ਮੈਨੂੰ ਹੈਰਾਨੀ ਹੁੰਦੀ ਹੈ ਵੀ ਬੀਜੇਪੀ ਐਡੀ ਵੱਡੀ ਪਾਰਟੀ ਹੈ, ਉਹਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਵੀ ਲੋਕਾਂ 'ਚ ਕਿੰਨਾ ਰੋਸ ਹੈ, ਕਿਸਾਨਾਂ 'ਚ ਕਿੰਨਾ ਰੋਸ ਹੈ। ਇਹ ਤਾਂ ਕਿਸਾਨਾਂ ਦੀ ਇੱਕ ਮੁਹਿੰਮ ਹੈ। ਕੋਈ ਰਾਜਨੀਤੀ ਪਾਰਟੀ ਤਾਂ ਜਿਹੜੀਆਂ ਨੇ ਉਹ ਤਾਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ, ਉਹਨਾਂ ਦਾ ਤਾਂ ਸਿਰਫ ਇਹੀ ਹੈਗੀ ਹੈ ਵੀ ਜੇ ਅਸੀਂ ਕਿਸਾਨਾਂ ਦੇ ਨਾਲ ਖੜ੍ਹ ਕੇ ਕਿਸਾਨਾਂ ਦੀਆਂ ਮੰਗਾਂ ਮਨਵਾ ਸਕੀਏ, ਹੋਰ ਕੋਈ ਜਿਹੜਾ ਸਾਡਾ ਮਕਸਦ ਨਹੀਂ ਹੈ। ਪਰ ਬੀਜੇਪੀ ਨੂੰ ਸਮਝਣ ਦੀ ਲੋੜ ਹੈ ਵੀ ਉਹ ਸਿਆਸੀ ਵੱਖ-ਵੱਖ ਪਾਰਟੀਆਂ ਨੂੰ ਦੋਸ਼ ਦੇਣ ਦੀ ਬਜਾਏ ਆਪਦੇ ਅੰਦਰ ਝਾਤੀ ਮਾਰਨ ਵੀ ਉਹਨਾਂ ਨੇ ਕੀ ਗਲਤੀਆਂ ਕੀਤੀਆਂ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਇਹ ਬਿੱਲਾਂ ਦੇ ਨਾਂ 'ਤੇ। ਅਤੇ ਪੰਜਾਬ ਦੇ ਹਾਲਾਤ ਅੱਜ ਵਿਗੜਨ ਵੱਲ ਜਾ ਰਹੇ ਨੇ, ਉਹਨਾਂ ਨੂੰ ਰੋਕਣ ਦੀ ਲੋੜ ਹੈ। ਬੀਜੇਪੀ ਨੇ ਇਹ ਵੀ ਕਹਿਣਾ ਹੈ ਵੀ ਹਾਂ ਬਿਲਕੁਲ ਠੀਕ ਹੈ ਵੀ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਚੱਕ ਹੈ ਉਸ ਕਰਕੇ ਹਾਲਾਤ ਜਿਹੜੇ ਆ ਵਿਗੜ ਰਹੇ ਨੇ, ਪਰ ਇਸ ਦਾ ਮਸਲਾ ਬਾਤਚੀਤ ਨਾਲ ਹੀ ਨਿਕਲ ਸਕਦਾ। ਅਤੇ ਕਹਿੰਦੇ ਸਾਡੇ ਵੱਲੋਂ ਤਾਂ ਦਰਵਾਜ਼ੇ ਖੁੱਲ੍ਹੇ ਨੇ ਗੱਲਬਾਤ ਦੇ, ਇਸ ਤਾਂ ਕਦੀ ਕਹਿੰਦੇ ਬੰਦ ਹੀ ਨਹੀਂ ਕੀਤੇ ਦਰਵਾਜ਼ੇ। ਸਾਡੀ ਜਿਹੜੀ ਪਹਿਲੀ ਬੈਠਕ ਹੋਈ ਉਸ 'ਚ ਵੀ ਅਸੀਂ ਤਿਆਰ ਸੀ, ਦੂਜੀ 'ਚ ਵੀ ਤਿਆਰ ਸੀ, ਤੀਜੀ ਵਾਲੇ 21 ਤਰੀਕ ਨੂੰ ਜਿਹੜੀ ਬੈਠਕ ਸੀਗੀ ਕਹਿੰਦੇ ਕਿਸਾਨ ਹੀ ਨਹੀਂ ਆਏ, ਅਸੀਂ ਤਾਂ ਇੰਤਜ਼ਾਰ ਕੀਤਾ। ਹੁਣ ਫਿਰ ਉਹ ਕਹਿੰਦੇ ਸਾਡੇ ਦਰਵਾਜ਼ੇ ਤਾਂ ਖੁੱਲ੍ਹੇ, ਸਾਡੇ ਕੋਲ ਤਾਂ ਜਦੋਂ ਮਰਜ਼ੀ ਆ ਜਾਓ, ਐਜੀਟੇਸ਼ਨ ਦੀ ਤਾਂ ਲੋੜ ਹੀ ਨਹੀਂ। ਇਹ ਤਾਂ ਸਿਰਫ ਉਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ। ਕਿਸਾਨ ਜਥੇਬੰਦੀਆਂ ਬੜੇ ਖੁੱਲ੍ਹੇ ਮਨ ਨਾਲ 2 ਵਾਰੀ ਗਈਆਂ, ਪਰ ਇਹ ਸੈਂਟਰ ਦੀ ਸਰਕਾਰ ਦਾ ਰਵੱਈਆ ਐਸਾ ਸੀ ਵੀ ਉਹ ਦੁਬਾਰੇ ਉਹਨਾਂ ਨੂੰ ਜਾਣ ਦਾ ਹੌਸਲਾ ਹੀ ਨਹੀਂ ਪਿਆ। ਸਰਕਾਰ ਵੱਲੋਂ ਕੱਲੀ ਗੱਲਬਾਤ ਕਰਨ ਦਾ ਮਕਸਦ ਨਹੀਂ ਹੁੰਦਾ, ਉਹਨੂੰ ਹੱਲ ਕਰਨ ਦਾ ਮਕਸਦ ਹੁੰਦਾ। ਅਸੀਂ ਗੱਲਬਾਤ ਕਿਉਂ ਕਰਦੇ ਹਾਂ ਵੀ ਮਸਲੇ ਦਾ ਹੱਲ ਹੋਣ।
ਜੇ ਅਸੀਂ ਦੂਜੇ ਦਾ ਪੱਖ ਸੁਣ ਕੇ ਉਹ ਹੱਲ ਕਰਨ ਵਾਲੀ ਨਹੀਂ ਤੁਰਨਾ ਤੇ ਫਿਰ ਗੱਲਬਾਤ ਦਾ ਕੀ ਮਾਇਨੇ ਰੱਖਦੇ, ਫਿਰ ਤਾਂ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ। ਇਸ ਲਈ ਮੈਂ ਮੰਨਦਾ ਵੀ ਸਰਕਾਰ ਬਿਲਕੁਲ ਗੰਭੀਰ ਨਹੀਂ ਹੈ। ਜੇ ਗੰਭੀਰ ਹੁੰਦੀ ਤਾਂ ਕਿਸਾਨਾਂ ਨੂੰ ਕੁਝ ਆਸ਼ਵਾਸਨ ਦੇ ਕੇ ਤੋਰਦੀ, ਉਹਨਾਂ ਨੂੰ ਕੋਈ ਵਿਸ਼ਵਾਸ ਦੇ ਕੇ ਤੋਰਦੀ ਵੀ ਅਸੀਂ ਕੋਈ ਹੱਲ ਕਰਾਂਗੇ। ਦੂਜੇ ਪਾਸੇ ਸਰ ਕੈਪਟਨ ਅਮਰਿੰਦਰ ਸਿੰਘ ਨੇ ਮੋਹਰੀ ਬਣਨ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਸਾਹਿਬ ਦਾ ਕਹਿਣਾ ਵੀ ਮੈਂ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕਰਾਂਗਾ ਤੇ ਜਿਹੜੇ ਹੋਮ ਮਿਨਿਸਟਰ ਸਾਹਿਬ ਹੈ ਕੇਂਦਰ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਤਾਂ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲੇ। ਤੁਸੀਂ ਉਹਨਾਂ ਦੀ ਜਿਹੜਾ ਇਹ ਪੱਖ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹਨਾਂ ਨੇ ਹੱਲ ਕਰਾਉਣਾ ਸੀ ਤਾਂ ਪਹਿਲੇ ਦਿਨ ਗੱਲ ਕਰਨੀ ਚਾਹੀਦੀ ਸੀ ਜਦ ਇਹ ਆਰਡੀਨੈਂਸ ਲਿਆਂਦੇ ਸੀ। ਹੁਣ ਇੰਨੇ ਸਮੇਂ ਲੰਘਣ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਕੀ ਮਤਲਬ ਬਣਦਾ ਹੈਗਾ? ਇਹ ਜੇ ਉਦੋਂ ਗੱਲ ਕਰਦੇ ਸ਼ਾਇਦ ਕੋਈ ਫਾਇਦਾ ਹੁੰਦਾ। ਉਦੋਂ ਤਾਂ ਕਹਿੰਦੇ ਰਹੇ ਵੀ ਅਸੀਂ ਗੱਲ ਕਰਾਂਗੇ, ਪਰ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਇੱਕ ਬੜਾ ਉਹਨਾਂ ਦਾ ਗੈਰ ਜ਼ਿੰਮੇਵਾਰਾਨਾ ਰਵੱਈਆ ਰਿਹਾ। ਉਹ ਆਪਦੇ ਘਰੋਂ ਨਹੀਂ ਨਿਕਲੇ, ਜਿਹਦੇ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਸਾਰਾ ਕੁਛ, ਪੰਜਾਬ ਦੇ ਕਿਸਾਨੀ ਨੂੰ ਸਹਿਣਾ ਪੈ ਰਿਹਾ ਹੈ। ਅਤੇ ਜੇ ਸਮੇਂ 'ਤੇ ਉਹਨਾਂ ਨੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਇਹ ਨਾ ਹੁੰਦਾ। ਜੇ ਦੋਨੋਂ ਪਾਰਟੀਆਂ, ਚਾਹੇ ਅਕਾਲੀ ਦਲ ਬਾਦਲ ਜਿਹੜੀ ਕੇਂਦਰ ਦੇ ਵਿੱਚ ਭਾਈਵਾਲ ਸੀ ਅਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਜਿਹਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਆਪਦੀ ਨੁਮਾਇੰਦਗੀ ਕਰਨ ਲਈ ਭੇਜਿਆ, ਜੇ ਦੋਨੇ ਆਪਦੀ ਜ਼ਿੰਮੇਵਾਰੀ ਇਸ ਸਮੇਂ 'ਤੇ ਸਮਝਦੀਆਂ ਤਾਂ ਉਦੋਂ ਸਟੈਂਡ ਲੈਂਦੀਆਂ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ। ਅੱਜ ਕਿਸਾਨਾਂ ਨੂੰ ਇਹ ਸਮਾਂ ਨਾ ਦੇਖਣਾ ਪੈਂਦਾ। ਕਿਤੇ ਨਾ ਕਿਤੇ ਦੋਨੇ ਜ਼ਿੰਮੇਵਾਰ ਨੇ। ਹੁਣ ਜੋ ਮਰਜ਼ੀ ਕਹੀ ਜਾਣ ਇਹ, ਹੁਣ ਤਾਂ ਇਹਨਾਂ ਨੇ ਆਪਦੇ ਬਚਾਅ ਲਈ ਲੋਕਾਂ ਦਾ ਰੋਸ ਦੇਖ ਕੇ ਹੁਣ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਰਨਗੇ, ਪਰ ਇਹਨਾਂ ਦਾ ਵੀ ਵਿੱਚ ਹੱਥ ਹੈ ਇਹ ਸਾਰਾ ਕੁਝ ਕਰਨ ਦੇ ਵਿੱਚ। ਇੱਕ ਹੋਰ ਸਰ ਬੀਜੇਪੀ ਦਾ ਸਾਫ਼ ਕਹਿਣਾ ਹੈ, ਕਹਿੰਦਾ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੇ ਵਿਰੋਧ ਕੀਤਾ ਸੀ ਵੀ ਅਸੀਂ ਪੈਸੇਂਜਰ ਗੱਡੀਆਂ ਨਹੀਂ ਚੱਲਣ ਦੇਣੀਆਂ, ਔਰ ਵਿਰੋਧ 'ਚ ਕਾਫੀ ਦਿਨ ਤੋਂ ਲੱਗੇ ਹੋਏ ਸੀ। ਪਰ ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬੁਲਾਇਆ ਔਰ ਥਪਥਪੀ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਡਿਕਲੇਅਰ ਕਰਤਾ ਵੀ ਹਾਂ ਜੀ ਮਾਲ ਗੱਡੀਆਂ ਦੇ ਨਾਲ ਪੈਸੇਂਜਰ ਗੱਡੀਆਂ ਵੀ ਚੱਲਣਗੀਆਂ। ਤੇ ਉਹ ਕਹਿੰਦੇ ਇਸ ਦਾ ਮਤਲਬ ਇਹੀ ਹੈ ਵੀ ਕੈਪਟਨ ਦੀ ਚੱਕ ਦੇ ਕਰਕੇ ਉਹ ਲੱਗੇ ਹੋਏ ਆ। ਇਸ ਦੇ ਨਾਲ ਕਹਿੰਦੇ ਸਾਫ਼ ਹੁੰਦਾ ਵੀ ਕੈਪਟਨ ਦੇ ਕਹਿਣ 'ਤੇ ਹੀ ਉਹ ਜਿਹੜੇ ਆ ਧਰਨੇ 'ਤੇ ਬੈਠੇ ਹੋਏ ਨੇ। ਬੜੀਆਂ ਹਾਸੋਹੀਣੀਆਂ ਗੱਲਾਂ ਨੇ ਜਿਹੜੀਆਂ ਬੀਜੇਪੀ ਲੀਡਰਸ਼ਿਪ ਕਹਿ ਰਹੀ ਹੈ। ਉਹ ਦੇਖੋ ਤੁਸੀਂ, ਸਿੰਪਲ ਗੱਲ ਹੈ ਕਿ ਅੱਜ ਪੰਜਾਬ ਨੂੰ ਲੋੜ ਹੈ ਕਿ ਮਾਲ ਗੱਡੀਆਂ ਚੱਲਣ, ਅਤੇ ਮੌਜੂਦਾ ਜਿਹੜੀ ਸਰਕਾਰ ਹੈ ਕੇਂਦਰ ਦੀ ਉਹ ਬਾਂਹ ਮਰੋੜ ਰਹੀ ਹੈ। ਉਹ ਜਾਣ ਬੁੱਝ ਕੇ ਜਿਹੜਾ ਹੈ ਬਹਾਨੇ ਬਣਾ ਕੇ ਪ੍ਰੈਸ਼ਰਾਈਜ਼ ਕਰਨ ਲਈ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਉਹ ਉਹਨਾਂ ਨੇ ਸਾਰੀਆਂ ਗੱਡੀਆਂ ਰੋਕਤੀਆਂ, ਮਾਲ ਗੱਡੀਆਂ, ਅਤੇ ਪੈਸੇਂਜਰ ਟ੍ਰੇਨ ਦਾ ਬਹਾਨਾ ਬਣਾ ਕੇ। ਪਰ ਹੁਣ ਕਿਉਂਕਿ ਹਾਲਾਤ ਇਹ ਆ ਗਏ ਵੀ ਨਾ ਤਾਂ ਪੰਜਾਬ ਦੇ ਵਿੱਚੋਂ ਲਿਫਟਿੰਗ ਹੋ ਰਹੀ ਹੈ ਜਿਹੜਾ ਹੈ ਚੌਲਾਂ ਦੀ, ਕਣਕ ਦੀ, ਅਤੇ ਨਾ ਹੀ ਜਿਹੜਾ ਕੋਈ ਰੇਹ ਆ ਰਹੇ ਨੇ ਇੱਥੇ, ਬਿਲਕੁਲ, ਅਤੇ ਜਿਹਦੀ ਹੁਣ ਸ਼ਾਰਟੇਜ ਪੈਦਾ ਹੋ ਗਈ। ਸੋ ਇਸ ਲਈ ਇਹ ਇੱਕ ਕਿਸਾਨਾਂ ਨੇ ਵੀ ਬੜਾ ਸੋਚ ਵਿਚਾਰ ਕੇ ਫੈਸਲਾ ਲਿਆ, ਉਹ ਵੀ 2 ਹਫ਼ਤੇ ਵਾਸਤੇ ਲਿਆ, ਤਾਂ ਕਿ ਪੰਜਾਬ ਦਾ ਪਹਿਲਾਂ ਕਿਸਾਨੀ ਲਈ ਤਾਂ ਅਸੀਂ ਲੜ ਰਹੇ ਹਾਂ। ਜੇ ਕਿਸਾਨੀ ਨੂੰ ਹੋਰ ਮਾਰ ਪੈ ਗਈ ਰੇਹ ਨਾ ਆਉਣ ਕਰਕੇ, ਫਿਰ ਅਸੀਂ ਇਹਦਾ ਸਾਨੂੰ ਇਹ ਸਾਰੇ ਸੰਘਰਸ਼ ਦਾ ਕੀ ਫਾਇਦਾ ਮਿਲਣਾ। ਸੋ ਉਹਨਾਂ ਨੇ ਜਿਹੜੇ ਇਹ ਫੈਸਲਾ ਲਿਆ ਬੜਾ ਸੋਚ ਸਮਝ ਕੇ, ਮੈਂ ਉਹਦੀ ਸਰਾਹਨਾ ਕਰਦਾ। ਅਤੇ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਜਾਂ ਉਹਨਾਂ ਦਾ ਇਹ ਕਰਾਉਣ ਦਾ ਕੋਈ ਰੋਲ ਨਹੀਂ ਹੈ। ਮੇਰਾ ਮੰਨਣਾ ਇਹ ਹੈ ਵੀ ਕਿਸਾਨਾਂ ਨੇ ਆਪਦੀ ਲੋੜ ਨੂੰ ਸਮਝ ਕੇ ਜਿਹੜਾ ਫੈਸਲਾ ਲਿਆ। ਇੱਕ ਕਿਸਾਨ ਜਥੇਬੰਦੀ ਹੈ ਜਿਹੜੀ ਅੱਜ ਵੀ ਵਿਰੋਧ ਕਰ ਰਹੀ ਹੈ ਵੀ ਪੈਸੇਂਜਰ ਗੱਡੀਆਂ ਨਹੀਂ ਚੱਲਣ ਦੇਣੀਆਂ, ਔਰ ਅੰਮ੍ਰਿਤਸਰ ਸਾਈਡ ਉਹ ਫਿਰ ਟਰੈਕ 'ਤੇ ਬਹਿ ਗਏ ਆ। ਉਹਨਾਂ ਦਾ ਕਹਿਣਾ ਮਾਲ ਗੱਡੀ ਜਦੋਂ ਮਰਜ਼ੀ ਆਏ ਅਸੀਂ ਨਿਕਲਣ ਦੇਵਾਂਗੇ, ਪਰ ਪੈਸੇਂਜਰ ਗੱਡੀ ਇੱਥੋਂ ਨਹੀਂ ਨਿਕਲਣ ਦੇਵਾਂਗੇ। ਮੈਂ ਉਹ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਅਤੇ ਜੇ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਤਾਂ ਸਾਰਿਆਂ ਨੂੰ ਸਮੂਹਕ ਫੈਸਲਾ ਲੈਣਾ ਚਾਹੀਦਾ, ਅੱਡ-ਅੱਡ ਫੈਸਲੇ ਨਹੀਂ ਕਰਨੇ ਚਾਹੀਦੇ। ਅਤੇ ਹੁਣ ਤੱਕ ਬੜਾ ਵਧੀਆ ਸਾਰੇ ਇਕੱਠੇ ਹੋ ਕੇ ਚੰਗੇ ਜਿਹੜੀ ਅਗਵਾਈ ਕਰ ਰਹੇ ਨੇ। ਸੋ ਇਸੇ ਤਰ੍ਹਾਂ ਜੇ ਇਕੱਠੇ ਰਹਿਣਗੇ ਤਾਂ ਕਿਸਾਨੀ ਦਾ ਭਲਾ ਹੋਏਗਾ, ਮੈਂ ਤਾਂ ਇਹੀ ਕਹਿ ਸਕਦਾ। ਚਲੋ, ਥੈਂਕ ਯੂ। ਇਹ ਸੀਗੇ ਪਰਮਿੰਦਰ ਢੀਂਡਸਾ ਜੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਨੇ, ਵਿਧਾਇਕ ਨੇ ਔਰ ਸਾਬਕਾ ਖਜ਼ਾਨਾ ਮੰਤਰੀ ਰਹੇ ਨੇ। ਉਹਨਾਂ ਦਾ ਕਹਿਣਾ ਹੈ ਵੀ ਕਿਸਾਨਾਂ ਦੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ, ਇਕੱਠੇ ਹੋ ਕੇ ਸਮੂਹਿਕ ਫੈਸਲੇ ਲੈਣੇ ਚਾਹੀਦੇ ਆ, ਔਰ ਉਸੇ ਕਰਕੇ ਜਿਹੜਾ ਇਹ ਅੰਦੋਲਨ ਹੈ ਇਹ ਸਿਰੇ ਚੜ੍ਹੇਗਾ ਔਰ ਉਹਨਾਂ ਨੂੰ ਕਾਮਯਾਬੀ ਮਿਲੇਗੀ। ਦੂਜਾ ਉਹਨਾਂ ਨੇ ਕਿਹਾ ਵੀ ਇਹ ਸਾਡੀ ਪਾਰਟੀ ਦਾ ਕਿਸਾਨਾਂ ਨੂੰ ਪੂਰਾ ਸਮਰਥਨ ਹੈ, ਔਰ ਐਸੀ ਵਿਦਆਊਟ ਝੰਡਾ, ਮਤਲਬ ਕਿ ਉਸ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਝੰਡਾ ਨਹੀਂ ਹੋਏਗਾ। ਵਿਦਆਊਟ ਝੰਡਾ ਕਿਸਾਨਾਂ ਦੇ ਝੰਡੇ ਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਕਾਰਜਕਰਤਾ
ਉਹਨਾਂ ਦਾ ਸਾਥ ਦੇਣਗੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।